ਇਹ ਉਹ ਦੌਰ ਸੀ ਜਦੋਂ ਸ਼ਕਤੀਸ਼ਾਲੀ ਰਾਜੇ ਤਲਵਾਰ ਦੇ ਜ਼ੋਰ ਨਾਲ ਰਾਜ ਕਰਦੇ ਸਨ ਅਤੇ ਮਹਾਨ ਸਾਮਰਾਜ ਬਣਾਉਣ ਲਈ ਆਪਣੇ ਪ੍ਰਭਾਵ ਨੂੰ ਵਧਾਉਣਾ ਚਾਹੁੰਦੇ ਸਨ। ਈਰਾਨੀ ਸਰਜ਼ਮੀਨ ਤੇ ਇੱਕ ਨਵੀਂ ਸ਼ਕਤੀ ਉੱਭਰ ਰਹੀ ਸੀ ਜੋ ਅੱਗੇ ਜਾ ਕੇ ਈਰਾਨੀ ਕਬੀਲਿਆਂ ਨੂੰ ਇਕੱਠਾ ਕਰੇਗੀ ਅਤੇ ਆਪਣੇ ਸਮੇਂ ਦਾ ਮਹਾਨਤਮ ਸਾਮਰਾਜ ਖੜਾ ਕਰੇਗੀ। ਫਾਰਸੀਆਂ ਦੇ ਸਭ ਤੋਂ ਪੁਰਾਣੇ ਬਿਰਤਾਂਤ ਅਸ਼ੂਰੀ ਲਿਖਤਾਂ ਵਿੱਚ ਮਿਲਦੇ ਹਨ, ਜਿੱਥੇ ਉਹਨਾਂ ਨੂੰ ਪਰਸਵਾ ਕਿਹਾ ਗਿਆ ਹੈ। ਫਾਰਸੀ ਕਬੀਲੇ ਨੇ ਹੋਰਨਾਂ ਕਬੀਲਿਆਂ ਵਾਂਗ ਜਿਵੇਂ ਕਿ ਮੇਡੀਅਨ ਅਤੇ ਬੇਬੀਲੋਨੀ ਲੋਕਾਂ ਵਾਂਗ ਅਸ਼ੂਰੀ ਸ਼ਾਸਨ ਅਧੀਨ ਲੰਬਾ ਸਮਾਂ ਬਿਤਾਇਆ। ਫਿਰ ਜਦੋਂ 609 ਈਸਾ ਪੂਰਵ ਦੇ ਆਸ-ਪਾਸ ਇਹਨਾਂ ਲੋਕਾਂ ਨੇ ਇੱਕ ਬਹੁਤ ਵੱਡੀ ਬਗਾਵਤ ਸ਼ੁਰੂ ਕੀਤੀ ਜਿਸ ਦਾ ਪ੍ਰਭਾਵ ਅਸ਼ੂਰੀ ਸਾਮਰਾਜ ਦੇ ਪਤਨ ਦਾ ਕਾਰਨ ਬਣਿਆ। ਇਸ ਸਮੇਂ ਦੌਰਾਨ ਪਹਿਲੇ ਫਾਰਸੀ ਰਾਜੇ ਦੀ ਅਰਧ ਮਿਥਕ ਸ਼ਖਸੀਅਤ, ਜਿਸ ਨੂੰ ਅਕੈਮੀਨਸ ਕਿਹਾ ਗਿਆ, ਸੱਤਾ ਵਿੱਚ ਆਇਆ। ਹਾਲਾਂਕਿ ਅਕੈਮੀਨਸ ਬਾਰੇ ਬਹੁਤ ਕੁਝ ਨਹੀਂ ਜਾਣਿਆ ਗਿਆ ਹੈ, ਬਸ ਇਹੀ ਪ੍ਰਚਲਿਤ ਹੈ ਕਿ ਉਸਨੇ ਅਕੈਮੀਨਸ ਵੰਸ਼ ਦੀ ਸਥਾਪਨਾ ਕੀਤੀ ਜੋ ਪ੍ਰਾਚੀਨ ਸੰਸਾਰ ਦੇ ਸਭ ਤੋਂ ਮਹਾਨ ਸਾਮਰਾਜਾਂ ਵਿੱਚੋਂ ਇੱਕ ਦਾ ਰੂਪ ਲਏਗਾ। ਸਾਰੇ ਫਾਰਸੀ ਕਬੀਲਿਆਂ ਵਿੱਚੋਂ ਅਕੈਮੀਨਸ ਸਭ ਤੋਂ ਸ਼ਕਤੀਸ਼ਾਲੀ ਸਨ ਅਤੇ ਕਈ ਸਾਲਾਂ ਤੱਕ ਉਹਨਾਂ ਨੇ ਛੋਟੇ ਕਬੀਲਿਆਂ ਉੱਤੇ ਰਾਜ ਕੀਤਾ। ਉਹਨਾਂ ਨੇ ਵਧੇਰੇ ਖੇਤਰ ਜਿੱਤ ਲਏ, ਪਰ ਉਹ ਅਜੇ ਵੀ ਮੇਡੀਅਨ ਸਾਮਰਾਜ ਦੇ ਅਧੀਨ ਹੀ ਸਨ। 559 ਈਸਾ ਪੂਰਵ ਤੱਕ ਸਾਇਰਸ ਦੂਸਰਾ, ਜੋ ਕਿ ਸਾਇਰਸ ਮਹਾਨ ਵਜੋਂ ਵੀ ਜਾਣਿਆ ਗਿਆ, ਪਰਸ਼ੀਆ ਦਾ ਰਾਜਾ ਬਣਿਆ। ਹਾਲਾਂਕਿ ਉਸਦਾ ਸਿੰਘਾਸਨ ਤੱਕ ਦਾ ਸਫ਼ਰ ਮੁਸੀਬਤਾਂ ਭਰਿਆ ਸੀ। ਇਸ ਬਾਰੇ ਯੂਨਾਨੀ ਇਤਿਹਾਸਕਾਰ ਹੈਰੋਡੋਟਸ ਦੱਸਦਾ ਹੈ ਕਿ ਸਾਇਰਸ ਦਾ ਦਾਦਾ ਅਸਤਾਈਜੀਸ ਫਾਰਸ ਉੱਤੇ ਰਾਜ ਕਰਿਆ ਕਰਦਾ ਸੀ। ਇੱਕ ਰਾਤ ਉਸਨੂੰ ਇੱਕ ਸੁਪਨਾ ਆਇਆ ਜਿਸ ਵਿੱਚ ਉਸਨੇ ਦੇਖਿਆ ਕਿ ਸਾਇਰਸ ਸਾਰੇ ਏਸ਼ੀਆ ਦਾ ਸ਼ਾਸਕ ਬਣ ਗਿਆ ਹੈ। ਇਸ ਤੋਂ ਉਹ ਡਰ ਗਿਆ ਕਿ ਸ਼ਾਇਦ ਸਾਇਰਸ ਹੱਥੋਂ ਉਹ ਆਪਣਾ ਰਾਜ ਗੁਆ ਬੈਠੇਗਾ। ਅਸਤਾਈਜੀਸ ਨੇ ਆਪਣੇ ਲੰਗਰੀ ਨੂੰ ਹੁਕਮ ਦਿੱਤਾ ਕਿ ਉਹ ਸਾਇਰਸ, ਜੋ ਕਿ ਅਜੇ ਬੱਚਾ ਸੀ, ਨੂੰ ਪਹਾੜਾਂ ਤੇ ਲੈ ਜਾਏ ਅਤੇ ਉੱਥੇ ਉਸਨੂੰ ਕਤਲ ਕਰ ਦੇਵੇ। ਪਰ ਰਸੋਈਏ ਕੋਲ ਇਸ ਜ਼ਾਲਮ ਕੰਮ ਨੂੰ ਅੰਜਾਮ ਦੇਣ ਦੀ ਤਾਕਤ ਨਹੀਂ ਸੀ ਅਤੇ ਉਸਨੇ ਬੱਚੇ ਨੂੰ ਇੱਕ ਆਜੜੀ ਨੂੰ ਪਾਲਣ ਲਈ ਸੌਂਪ ਦਿੱਤਾ। ਇਹ ਸੁਣ ਕੇ ਅਸਤਾਈਜੀਸ ਗੁੱਸੇ ਵਿੱਚ ਆ ਗਿਆ ਅਤੇ ਉਸਨੇ ਉਸ ਰਸੋਈਏ ਦੇ ਪੁੱਤਰ ਨੂੰ ਕਤਲ ਕਰਵਾ ਦਿੱਤਾ। ਜਦੋਂ ਸਾਇਰਸ ਜਵਾਨ ਹੋਇਆ ਤਾਂ ਉਹ ਆਪਣੇ ਦੇਸ਼ ਵਾਪਸ ਪਰਤ ਆਇਆ। ਆਪਣੀ ਪਛਾਣ ਜ਼ਾਹਰ ਕਰਨ ਅਤੇ ਲੋਕਾਂ ਦਾ ਸਮਰਥਨ ਇਕੱਠਾ ਕਰਨ ਤੋਂ ਬਾਅਦ ਉਸਨੇ ਅਸਤਾਈਜੀਸ ਨੂੰ ਗੱਦੀ ਤੋਂ ਹਟਾ ਦਿੱਤਾ ਅਤੇ ਗੱਦੀ ਲਈ ਆਪਣਾ ਦਾਅਵਾ ਪੇਸ਼ ਕੀਤਾ। ਅੰਤ ਵਿੱਚ ਸਭ ਕੁਝ ਹੋਣ ਦੇ ਬਾਵਜੂਦ ਉਸਨੇ ਆਪਣੇ ਦਾਦੇ ਦੀ ਜਾਨ ਬਖਸ਼ ਦਿੱਤੀ। ਫਾਰਸੀਆਂ ਨੇ ਮੇਡੀਅਨ ਸਾਮਰਾਜ ਦੀ ਰਾਜਧਾਨੀ ਨੂੰ ਜਿੱਤ ਲਿਆ ਅਤੇ ਕੁਦਰਤੀ ਸਰੋਤਾਂ ਨਾਲ ਭਰਪੂਰ ਇੱਕ ਅਵਿਸ਼ਵਾਸਯੋਗ ਤੌਰ ਤੇ ਵੱਡੇ ਖੇਤਰ ਉੱਤੇ ਰਾਜ ਕੀਤਾ। ਪਰ ਭੂਮੱਧ ਸਾਗਰ ਤੋਂ ਅਜੇ ਵੀ ਇੱਕ ਰੁਕਾਵਟ ਸੀ ਅਤੇ ਸਾਇਰਸ ਦੀ ਪ੍ਰਭੂਸੱਤਾ ਨੂੰ ਯੂਨਾਨੀਆਂ ਤੋਂ ਖਤਰਾ ਸੀ। ਕਾਂਸੀ ਯੁੱਗ ਦੇ ਅੰਤ ਵਿੱਚ ਹਿੱਟੀ ਸਾਮਰਾਜ ਦੇ ਪਤਨ ਤੋਂ ਬਾਅਦ ਅਨਾਤੋਲੀਆ ਨੂੰ ਯੂਨਾਨੀ ਬਸਤੀਆਂ ਦੁਆਰਾ ਬਸਾਇਆ ਗਿਆ, ਜਿਸਨੇ ਲਿਡੀਆ ਦਾ ਰਾਜ ਬਣਾਇਆ, ਜਿਸਨੇ ਫਾਰਸ ਦੁਆਰਾ ਸ਼ਾਸਨ ਨੂੰ ਨਹੀਂ ਸਵੀਕਾਰਿਆ। ਸ਼ੁਰੂ ਵਿੱਚ ਯੂਨਾਨੀਆਂ ਨੇ ਫਾਰਸੀ ਇਲਾਕਿਆਂ ਉੱਤੇ ਇਹ ਮੰਨ ਕੇ ਹਮਲਾ ਕੀਤਾ ਕਿ ਉੱਤਮ ਯੂਨਾਨੀ ਘੁੜਸਵਾਰਾਂ ਦੇ ਲਈ ਫਾਰਸ ਨੂੰ ਹਰਾਉਣਾ ਆਸਾਨ ਹੀ ਹੋਵੇਗਾ। ਪਰ ਉਨ੍ਹਾਂ ਦੀ ਹੈਰਾਨੀ ਲਈ ਫਾਰਸੀ ਲੋਕ ਆਪਣੇ ਘੋੜੇ ਅਤੇ ਊਠ ਤੇ ਸਵਾਰ ਤੀਰ ਅੰਦਾਜ਼ਾਂ ਨਾਲ ਕਾਫੀ ਪ੍ਰਭਾਵਸ਼ਾਲੀ ਨਿਕਲੇ ਅਤੇ ਫਾਰਸੀਆਂ ਨੇ ਸ਼ਾਨਦਾਰ ਢੰਗ ਨਾਲ ਯੂਨਾਨੀਆਂ ਨੂੰ ਹਰਾਇਆ ਅਤੇ ਲਿਡੀਆ ਦੇ ਇਲਾਕਿਆਂ ਉੱਤੇ ਸਾਇਰਸ ਦਾ ਰਾਜ ਹੋ ਗਿਆ। 539 ਈਸਾ ਪੂਰਵ ਦੇ ਸ਼ੁਰੂ ਵਿੱਚ ਸਾਇਰਸ ਅਤੇ ਉਸ ਦੀ ਫੌਜ ਨੇ ਬੇਬੀਲੋਨ ਦੇ ਮਹਾਨ ਸ਼ਹਿਰ ਨੂੰ ਘੇਰ ਲਿਆ ਅਤੇ ਇਸ ਉੱਤੇ ਕਬਜ਼ਾ ਕਰ ਲਿਆ। ਫਾਰਸੀ ਲੋਕਾਂ ਦਾ ਬੇਬੀਲੋਨੀਆ ਦੁਆਰਾ ਮੁਕਤੀਦਾਤਾ ਵਜੋਂ ਸਵਾਗਤ ਕੀਤਾ ਗਿਆ, ਜੋ ਰਾਜਾ ਨਬੋਨੀਡਸ ਨਾਂ ਦੇ ਇੱਕ ਦੁਰਵਿਵਹਾਰਕ ਸ਼ਾਸਕ ਤੋਂ ਪੀੜਤ ਸਨ। ਫਾਰਸੀ ਲੋਕਾਂ ਨੇ ਨਾ ਸਿਰਫ ਬੇਬੀਲੋਨ ਵਿੱਚ ਰਾਜਨੀਤਿਕ ਵਿਵਸਥਾ ਨੂੰ ਬਹਾਲ ਕੀਤਾ, ਸਗੋਂ ਸ਼ਹਿਰ ਵਿੱਚ ਗੁਲਾਮ ਯਹੂਦੀਆਂ ਨੂੰ ਵੀ ਆਜ਼ਾਦ ਕਰ ਦਿੱਤਾ, ਜਿਸ ਨਾਲ ਬੇਬੀਲੋਨ ਵਿੱਚ ਯਹੂਦੀਆਂ ਦੀ ਗੁਲਾਮੀ ਦਾ ਦੌਰ ਖਤਮ ਹੋ ਗਿਆ। ਇਸ ਤਰ੍ਹਾਂ ਯਹੂਦੀਆਂ ਅਤੇ ਫਾਰਸੀਆਂ ਦਾ ਇੱਕ ਸਹਿਯੋਗੀ ਰਾਜ ਬਣ ਗਿਆ ਅਤੇ ਇਸ ਦੇ ਖੇਤਰ ਨੇ ਮਿਸਰ ਵਾਸੀਆਂ ਦੇ ਵਿਰੁੱਧ ਸੁਰੱਖਿਆ ਵਜੋਂ ਕੰਮ ਕੀਤਾ। ਫਾਰਸੀ ਲੋਕਾਂ ਨੇ ਫੋਨੀਸ਼ੀਅਨਾਂ ਨਾਲ ਵੀ ਚੰਗਾ ਰਿਸ਼ਤਾ ਵਿਕਸਿਤ ਕੀਤਾ, ਜੋ ਮਹਾਨ ਵਪਾਰੀ ਅਤੇ ਨੈਵੀਗੇਟਰ ਸਨ। ਸਾਇਰਸ ਮਹਾਨ ਨੂੰ ਇੱਕ ਉਦਾਰ ਅਤੇ ਪਰਉਪਕਾਰੀ ਰਾਜਾ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਆਪਣੇ ਹਾਰੇ ਹੋਏ ਦੁਸ਼ਮਣਾਂ ਨੂੰ ਮਾਫ ਕਰ ਦਿੰਦਾ ਅਤੇ ਉਹਨਾਂ ਨੂੰ ਆਪਣੀ ਫੌਜ ਜਾਂ ਸਰਕਾਰ ਵਿੱਚ ਅਹੁਦਿਆਂ ਤੇ ਨਿਯੁਕਤ ਤੱਕ ਕਰ ਦਿੰਦਾ। ਉਹ ਉਹਨਾਂ ਲੋਕਾਂ ਦੇ ਧਾਰਮਿਕ ਵਿਸ਼ਵਾਸਾਂ ਦਾ ਸਤਿਕਾਰ ਕਰਨ ਲਈ ਵੀ ਜਾਣਿਆ ਜਾਂਦਾ ਸੀ ਜਿਨ੍ਹਾਂ ਨੂੰ ਉਸਨੇ ਜਿੱਤਿਆ ਸੀ। ਸ਼ਾਇਦ ਉਸਦੇ ਸਭ ਤੋਂ ਯਾਦਗਾਰੀ ਕੰਮਾਂ ਵਿੱਚੋਂ ਇੱਕ ਉਸਦੇ ਰਾਜ ਦੌਰਾਨ ਗੁਲਾਮੀ ਦਾ ਖਾਤਮਾ ਸੀ, ਇੱਕ ਅਜਿਹਾ ਕੰਮ ਜੋ ਉਸਦੇ ਸਮੇਂ ਦੇ ਸਾਰੇ ਰੀਤੀ ਰਿਵਾਜਾਂ ਦੇ ਵਿਰੁੱਧ ਸੀ। ਆਪਣੇ ਇਸ ਨੇਕ ਫੈਸਲੇ ਨੂੰ ਹੋਰ ਮਜ਼ਬੂਤੀ ਨਾਲ ਲਾਗੂ ਕਰਨ ਲਈ ਸਾਇਰਸ ਨੇ ਇੱਕ ਫਰਮਾਨ ਜਾਰੀ ਕੀਤਾ ਜਿਸ ਨੂੰ ਦੁਨੀਆ ਦਾ ਪਹਿਲਾ ਮਨੁੱਖੀ ਅਧਿਕਾਰ ਕਾਨੂੰਨ ਮੰਨਿਆ ਜਾ ਸਕਦਾ ਹੈ। ਇਹ ਫਰਮਾਨ ਮਿੱਟੀ ਦੇ ਇੱਕ ਛੋਟੇ ਸਿਲੰਡਰ ਤੇ ਲਿਖਿਆ ਗਿਆ ਜਿਸ ਨੂੰ ਸਾਇਰਸ ਸਿਲੰਡਰ ਕਿਹਾ ਜਾਂਦਾ ਹੈ। ਇਸ ਵਿੱਚ ਲਿਖਿਆ ਗਿਆ ਕਿ ਮੇਰੇ ਸਾਮਰਾਜ ਵਿੱਚ ਗੁਲਾਮੀ ਪ੍ਰਤੀਬੰਧਿਤ ਹੈ, ਇਸ ਲਈ ਔਰਤਾਂ ਅਤੇ ਮਰਦਾਂ ਦੇ ਵਪਾਰ ਤੋਂ ਪਰਹੇਜ਼ ਕੀਤਾ ਜਾਵੇ। ਇਸ ਤਰ੍ਹਾਂ ਦਾ ਰਿਵਾਜ ਪੂਰੇ ਸੰਸਾਰ ਵਿੱਚੋਂ ਖਤਮ ਹੋ ਜਾਣਾ ਚਾਹੀਦਾ ਹੈ।
ਅਸਲ ਵਿੱਚ ਲੋਕ ਫਾਰਸੀ ਸ਼ਾਸਨ ਅਧੀਨ ਬਹੁਤ ਖੁਸ਼ ਸਨ। ਸਾਇਰਸ ਨੇ ਵੱਖੋ ਵੱਖਰੇ ਸੱਭਿਆਚਾਰਾਂ ਅਤੇ ਸਮਾਜਾਂ ਤੇ ਚੰਗੀ ਇਕਸੁਰਤਾ ਨਾਲ ਰਾਜ ਕੀਤਾ। ਮਨੁੱਖੀ ਇਤਿਹਾਸ ਵਿੱਚ ਇੱਕ ਬੇਮਿਸਾਲ ਕਾਰਨਾਮਾ ਜਿਸ ਨੇ ਉਸ ਨੂੰ ਬਾਅਦ ਵਿੱਚ ਆਜੜੀ ਰਾਜੇ ਦਾ ਖਿਤਾਬ ਦਿਵਾਇਆ। ਸਾਇਰਸ ਮਹਾਨ ਦੀ ਮੌਤ ਦਸੰਬਰ 530 ਈਸਾ ਪੂਰਵ ਵਿੱਚ ਹੋਈ। ਉਸ ਦੀ ਮੌਤ ਬਾਰੇ ਬਹੁਤਾ ਕੁਝ ਪਤਾ ਨਹੀਂ ਹੈ, ਪਰ ਸਾਰੇ ਸੰਕੇਤ ਇਹ ਦੱਸਦੇ ਹਨ ਕਿ ਉਹ ਖਾਨਾ ਬਦੋਸ਼ ਘੁੜਸਵਾਰ ਕਬੀਲਿਆਂ ਦੇ ਵਿਰੁੱਧ ਲੜਾਈ ਵਿੱਚ ਸੱਟਾਂ ਲੱਗਣ ਕਾਰਨ ਮਾਰਿਆ ਗਿਆ ਸੀ। ਉਸ ਨੂੰ ਪਾਸਾਰ ਗੜੇ, ਜੋ ਕਿ ਈਰਾਨ ਵਿੱਚ ਹੈ, ਵਿਖੇ ਦਫਨਾਇਆ ਗਿਆ। ਉਸ ਦਾ ਮਕਬਰਾ ਅਜਿਹੇ ਸ਼ਾਸਕ ਲਈ ਇੱਕ ਅਵਿਸ਼ਵਾਸਯੋਗ ਤੌਰ ਤੇ ਮਾਮੂਲੀ ਹੈ ਜਿਸ ਨੇ ਇੰਨੇ ਵੱਡੇ ਅਤੇ ਅਮੀਰ ਸਾਮਰਾਜ ਦੀ ਕਮਾਂਡ ਕੀਤੀ। ਉਸ ਦੀ ਮੌਤ ਤੋਂ ਬਾਅਦ ਫਾਰਸੀ ਸਾਮਰਾਜ ਦਾ ਵਿਸਤਾਰ ਜਾਰੀ ਰਿਹਾ ਅਤੇ ਇਸ ਨੇ ਆਪਣੇ ਸਿਖਰ ਤੇ ਏਸ਼ੀਆ, ਅਫਰੀਕਾ ਅਤੇ ਯੂਰਪ ਨੂੰ ਕਵਰ ਕਰਦੇ ਹੋਏ ਲਗਭਗ 80 ਲੱਖ ਵਰਗ ਮੀਲ ਨੂੰ ਘੇਰ ਲਿਆ। ਫਾਰਸੀਆਂ ਦੀ ਫੌਜੀ ਉੱਤਮਤਾ ਉਹਨਾਂ ਦੇ ਕੁਦਰਤੀ ਜੰਗੀ ਸੱਭਿਆਚਾਰ ਕਾਰਨ ਸੀ, ਜਿਸ ਵਿੱਚ ਯੋਧਿਆਂ ਅਤੇ ਜਰਨੈਲਾਂ ਦੀ ਜੰਗ ਵਿੱਚ ਉਹਨਾਂ ਦੀ ਤਾਕਤ ਅਤੇ ਬਹਾਦਰੀ ਲਈ ਪ੍ਰਸ਼ੰਸਾ ਕੀਤੀ ਜਾਂਦੀ ਸੀ। ਫਾਰਸੀ ਘੋੜਿਆਂ ਨੂੰ ਦੁਨੀਆ ਦੇ ਸਭ ਤੋਂ ਵਧੀਆ ਘੋੜਿਆਂ ਵਜੋਂ ਜਾਣਿਆ ਜਾਂਦਾ ਸੀ। ਉਹਨਾਂ ਨੇ ਨਿਸੀਅਨ ਨਾਂ ਦੀ ਇੱਕ ਨਸਲ ਪੈਦਾ ਕੀਤੀ ਜੋ ਕਿ ਜੰਗ ਦੇ ਮੈਦਾਨ ਲਈ ਉਪਯੁਕਤ, ਹਮਲਾਵਰ ਅਤੇ ਉਗਰ ਸੁਭਾਅ ਵਾਲੇ ਵੱਡੇ ਘੋੜੇ ਹੋਣ ਲਈ ਮਸ਼ਹੂਰ ਸਨ। ਕਿਹਾ ਜਾਂਦਾ ਹੈ ਕਿ ਇੱਕ ਸੱਚਾ ਫਾਰਸੀ ਬਚਪਨ ਤੋਂ 3 ਗੱਲਾਂ ਸਿੱਖਦਾ ਹੈ: ਘੋੜਸਵਾਰੀ, ਤੀਰਅੰਦਾਜ਼ੀ ਅਤੇ ਸੱਚ ਬੋਲਣਾ। ਝੂਠ ਬੋਲਣਾ, ਬੇਈਮਾਨ ਹੋਣਾ ਜਾਂ ਭ੍ਰਿਸ਼ਟਾਚਾਰ ਵਿਰੁੱਧ ਕੁਝ ਮਾਮਲਿਆਂ ਵਿੱਚ ਮੌਤ ਦੀ ਸਜ਼ਾ ਹੋ ਸਕਦੀ ਸੀ। ਸੱਚਾਈ ਨੂੰ ਮੰਨਣ ਵਾਲਿਆਂ ਦਾ ਸਮਾਜ ਵਿੱਚ ਬਹੁਤ ਸਤਿਕਾਰ ਕੀਤਾ ਜਾਂਦਾ ਸੀ। ਫਾਰਸੀ ਫੌਜ ਦੀ ਮੁੱਖ ਤਾਕਤ ਉਹਨਾਂ ਦੇ ਤੀਰ-ਅੰਦਾਜ਼ਾਂ ਵਿੱਚ ਸੀ, ਚਾਹੇ ਉਹ ਘੋੜੇ ਤੇ ਹੋਣ ਜਾਂ ਪੈਦਲ। ਉਹ ਊਠਾਂ ਦੀ ਵੀ ਚੰਗੀ ਵਰਤੋਂ ਕਰਦੇ ਸਨ, ਕਿਉਂਕਿ ਇਹਨਾਂ ਜਾਨਵਰਾਂ ਦਾ ਆਕਾਰ ਅਤੇ ਗੰਧ ਦੁਸ਼ਮਣ ਫੌਜੀ ਘੋੜਿਆਂ ਨੂੰ ਡਰਾ ਦਿੰਦੀ ਸੀ। ਕਿਉਂਕਿ ਫਾਰਸੀ ਫੌਜ ਬਹੁਤ ਸਾਰੇ ਵੱਖ-ਵੱਖ ਦੇਸ਼ਾਂ ਵਿੱਚ ਫੈਲੀ ਹੋਈ ਸੀ, ਇਸ ਲਈ ਫੌਜ ਵਿੱਚ ਬਹੁਤ ਸਾਰੇ ਮੂਲਾਂ ਦੇ ਲੋਕ ਜਿਵੇਂ ਕਿ ਫਾਰਸੀ, ਫੋਨੀਸ਼ਿਆਈ, ਮੀਡੀਅਨ ਅਤੇ ਇੱਥੋਂ ਤੱਕ ਕਿ ਮਿਸਰੀ ਅਤੇ ਯੂਨਾਨੀ ਵੀ ਮਿਲਟਰੀ ਰੈਂਕਾਂ ਵਿੱਚ ਸ਼ਾਮਲ ਸਨ। 10,000 ਕੁਲੀਨ ਯੋਧਿਆਂ ਦਾ ਦਸਤਾ, ਜੋ ਉੱਚ ਸਿਖਲਾਈ ਪ੍ਰਾਪਤ ਆਦਮੀ ਸਨ ਜੋ ਰਾਇਲ ਗਾਰਡ ਵਜੋਂ ਤਾਇਨਾਤ ਹੁੰਦੇ ਸਨ, ਨੂੰ ਅਮਰ ਯੋਧੇ ਕਿਹਾ ਜਾਂਦਾ ਸੀ। ਅਮਰ ਯੋਧੇ ਫਾਰਸੀ ਤੌਰ ਤਰੀਕਿਆਂ ਅਨੁਸਾਰ ਰੰਗੀਨ ਕੱਪੜੇ, ਭਾਰੀ ਬਸਤਰ, ਹੈਲਮੇਟ, ਕਈ ਵਾਰੀ ਮੁਖੌਟਾ ਪਹਿਨਦੇ। ਇਹਨਾਂ ਕੋਲ ਲੋਹੇ ਦੀ ਨੋਕ ਵਾਲਾ ਇੱਕ ਵੱਡਾ ਬਰਛਾ ਹੁੰਦਾ ਸੀ। ਉਹਨਾਂ ਕੋਲ ਤੀਰ ਕਮਾਨ ਵੀ ਹੁੰਦੇ ਸਨ। ਉਹ ਇੱਕ ਅਨੁਸ਼ਾਸਿਤ ਤਰੀਕੇ ਨਾਲ ਲੜਾਈ ਕਰਦੇ ਅਤੇ ਕਦੇ ਵੀ ਦੁਸ਼ਮਣ ਤੋਂ ਪਿੱਛੇ ਨਾ ਹਟਦੇ। ਜਦੋਂ ਵੀ ਕੋਈ ਯੋਧਾ ਲੜਾਈ ਵਿੱਚ ਮਾਰਿਆ ਜਾਂਦਾ ਤਾਂ ਉਸ ਦੀ ਥਾਂ ਤੁਰੰਤ ਦੂਸਰਾ ਯੋਧਾ ਲੈ ਲੈਂਦਾ ਸੀ, ਜਿਸ ਨਾਲ ਇਹ ਭਰਮ ਪੈਦਾ ਹੁੰਦਾ ਕਿ ਜਿਵੇਂ ਲੜਾਕਾ ਦੁਬਾਰਾ ਸਜੀਵ ਹੋ ਗਿਆ ਹੋਵੇ। ਸਰਕਾਰ ਦੀ ਇੱਕ ਪ੍ਰਣਾਲੀ ਦੇ ਰੂਪ ਵਿੱਚ ਫਾਰਸੀਆਂ ਨੇ ਬਹੁਤ ਸਾਰੀਆਂ ਰਾਜਧਾਨੀਆਂ ਬਣਾਈਆਂ। ਇਹ ਇੱਕ ਮਹਾਸਾਮਰਾਜ ਦੇ ਵਿਸ਼ਾਲ ਖੇਤਰ ਉੱਤੇ ਨਿਯੰਤਰਣ ਰੱਖਣ ਦਾ ਇੱਕ ਵਧੀਆ ਤਰੀਕਾ ਸੀ। ਪਰਸੇਪੋਲਿਸ ਇਸ ਸਾਮਰਾਜ ਦਾ ਸਭ ਤੋਂ ਆਲੀਸ਼ਾਨ ਅਤੇ ਪ੍ਰਭਾਵਸ਼ਾਲੀ ਸ਼ਹਿਰ ਸੀ, ਜਿਸ ਦਾ ਸੰਪਾਦਨ ਰਾਜਾ ਦਾਰਾ ਪ੍ਰਥਮ ਦੁਆਰਾ ਸ਼ੁਰੂ ਕੀਤਾ ਗਿਆ ਸੀ। ਪਰਸੇਪੋਲਿਸ ਦੀ ਛੱਤ 1,25,000 ਵਰਗ ਮੀਟਰ ਤੋਂ ਵੱਧ ਅਤੇ ਮਹਿਲਾਂ ਦੀਆਂ ਕੰਧਾਂ 20 ਮੀਟਰ ਤੱਕ ਉੱਚੀਆਂ ਸਨ। ਪਰਸੇਪੋਲਿਸ ਬਾਰੇ ਇੱਕ ਹੋਰ ਪ੍ਰਭਾਵਸ਼ਾਲੀ ਤੱਥ ਇਹ ਹੈ ਕਿ ਇਹ ਆਜ਼ਾਦ ਮਜ਼ਦੂਰਾਂ ਦੁਆਰਾ ਬਣਾਇਆ ਗਿਆ ਸੀ। ਮਰਦਾਂ ਅਤੇ ਔਰਤਾਂ ਨੂੰ ਉਸਾਰੀ ਵਿੱਚ ਉਹਨਾਂ ਦੀ ਭੂਮਿਕਾ ਦੇ ਅਨੁਸਾਰ ਮਿਹਨਤਾਨੇ ਦਾ ਭੁਗਤਾਨ ਕੀਤਾ ਗਿਆ ਸੀ। ਫਾਰਸੀ ਲੋਕਾਂ ਦਾ ਧਰਮ ਜ਼ੋਰੋਅਸਟਰੀਅਨ ਸੀ, ਜਿਸ ਦੀ ਸਥਾਪਨਾ ਪੈਗੰਬਰ ਜ਼ਰਥੁਸਤਰ ਦੁਆਰਾ ਕੀਤੀ ਗਈ ਸੀ ਅਤੇ ਇਸ ਨੂੰ ਇਤਿਹਾਸ ਵਿੱਚ ਪਹਿਲਾ ਏਕਾਧਿਕ ਧਰਮ ਮੰਨਿਆ ਜਾਂਦਾ ਹੈ। ਜ਼ੋਰੋਅਸਟਰੀਅਨਵਾਦ ਵਿੱਚ ਇੱਕ ਬ੍ਰਹਮ ਫਿਰਦੌਸ ਭਾਵ ਕਿ ਦੇਵੀ ਸਵਰਗ, ਇੱਕ ਨਰਕ ਅਤੇ ਇਸ ਦੇ ਸ਼ੈਤਾਨਾਂ ਵਿੱਚ ਵਿਸ਼ਵਾਸ, ਇੱਕ ਮਸੀਹਾ ਅਤੇ ਉਸ ਦੇ ਪੁਨਰ ਉਥਾਨ ਵਿੱਚ ਵਿਸ਼ਵਾਸ ਅਤੇ ਕਿਆਮਤ ਦੀ ਧਾਰਨਾ ਸ਼ਾਮਲ ਹੈ, ਜਿਸ ਵਿੱਚ ਸਾਰੀਆਂ ਰੂਹਾਂ ਦਾ ਫੈਸਲਾ ਕੀਤਾ ਜਾਵੇਗਾ। ਜ਼ੋਰੋਅਸਟਰੀਅਨ ਧਰਮ ਅੱਜ ਤੱਕ ਮੌਜੂਦ ਹੈ ਅਤੇ ਈਰਾਨ ਅਤੇ ਭਾਰਤ ਵਿੱਚ ਰਹਿਣ ਵਾਲੇ ਕੁਝ ਲੋਕ ਇਸ ਦੀ ਪਾਲਣਾ ਕਰਦੇ ਹਨ। 499 ਈਸਾ ਪੂਰਵ ਵਿੱਚ ਹਾਲਾਂਕਿ ਫਾਰਸੀ ਸਾਮਰਾਜ ਅਵਿਸ਼ਵਾਸਯੋਗ ਰੂਪ ਵਿੱਚ ਵੱਡਾ ਸੀ, ਪਰ ਇੰਨੇ ਵੱਡੇ ਖੇਤਰ ਦੇ ਨਾਲ ਸਮੱਸਿਆਵਾਂ ਵੀ ਵਧੀਆਂ। ਖਾਸ ਤੌਰ ਤੇ ਮੈਸੇਡੋਨੀਆ, ਥਰੇਸ ਅਤੇ ਲਿਡੀਆ ਦੇ ਯੂਨਾਨੀ ਸ਼ਹਿਰਾਂ ਨਾਲ ਸਮੱਸਿਆਵਾਂ ਜੋ ਲਗਾਤਾਰ ਬਗਾਵਤ ਕਰਦੇ ਰਹਿੰਦੇ। ਗ੍ਰੀਕ ਹਮੇਸ਼ਾ ਆਪਣੀ ਆਜ਼ਾਦੀ ਤੇ ਮਾਣ ਕਰਦੇ ਸਨ ਅਤੇ ਆਪਣੇ ਸ਼ਹਿਰਾਂ ਅਤੇ ਰਾਜਾਂ ਦੀ ਰੱਖਿਆ ਲਈ ਆਪਣੀ ਪੂਰੀ ਤਾਕਤ ਨਾਲ ਲੜਦੇ ਸਨ। ਫਾਰਸੀ ਰਾਜਾ ਦਾਰਾ ਪਹਿਲਾ ਇੱਕ ਮਹਾਨ ਰਾਜਾ ਸੀ ਅਤੇ ਉਸਨੇ ਫਾਰਸੀ ਲੋਕਾਂ ਅਤੇ ਉਹਨਾਂ ਕੌਮਾਂ ਲਈ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਿਨ੍ਹਾਂ ਉੱਤੇ ਉਸਨੇ ਰਾਜ ਕੀਤਾ। ਦਾਰਾ ਪ੍ਰਥਮ ਨੇ ਸਾਰੇ ਗ੍ਰੀਸ ਨੂੰ ਜਿੱਤਣ ਦੀ ਸਹੁੰ ਖਾਧੀ, ਪਰ ਅਜਿਹਾ ਕਰਨ ਲਈ ਉਸਨੂੰ ਆਪਣੀ ਵੱਡੀ ਫੌਜ ਨਾਲ ਕਾਲਾ ਸਾਗਰ ਪਾਰ ਕਰਨਾ ਪੈਣਾ ਸੀ, ਜਿਸ ਵਿੱਚ ਕਈ ਮਹੀਨੇ ਲੱਗ ਜਾਂਦੇ ਅਤੇ ਯੂਨਾਨੀਆਂ ਨੂੰ ਆਪਣੇ ਬਚਾਅ ਪੱਖ ਨੂੰ ਮਜ਼ਬੂਤ ਕਰਨ ਦਾ ਮੌਕਾ ਮਿਲ ਜਾਂਦਾ। ਇਸ ਸਮੱਸਿਆ ਨੂੰ ਹੱਲ ਕਰਨ ਲਈ ਦਾਰੀਅਸ ਜਾਂ ਕਹਿ ਲਓ ਰਾਜਾ ਦਾਰਾ ਪ੍ਰਥਮ ਨੇ ਇੱਕ ਸੂਝਵਾਨ ਹੱਲ ਲੱਭਿਆ। ਫਾਰਸੀਆਂ ਨੇ ਬਹੁਤ ਸਾਰੇ ਸਮੁੰਦਰੀ ਜਹਾਜ਼ਾਂ ਨੂੰ ਇਕੱਠਾ ਕੀਤਾ ਅਤੇ ਇੱਕ ਪੁਲ ਬਣਾਇਆ ਜੋ ਅਨਾਟੋਲੀਆ ਨੂੰ ਯੂਰਪ ਨਾਲ ਜੋੜਦਾ ਸੀ।
हेरोडोटस ਦੇ ਅਨੁਸਾਰ ਦਾਰਾ ਪ੍ਰਥਮ ਇਸ ਤਰੀਕੇ ਨਾਲ ਲਗਭਗ 70,000 ਤੋਂ 80,000 ਫਾਰਸੀ ਸੈਨਿਕਾਂ ਨੂੰ ਪਾਰ ਟਪਾਉਣ ਵਿੱਚ ਕਾਮਯਾਬ ਰਿਹਾ। ਮੈਸੇਡੋਨੀਆ ਵਿੱਚ ਕੁਝ ਜਿੱਤਾਂ ਦੇ ਬਾਵਜੂਦ ਦਾਰਾ ਪਹਿਲੇ ਨੂੰ ਯੂਨਾਨੀਆਂ ਦੇ ਵਿਰੁੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਸਨੇ ਪਰਸ਼ੀਆ ਨੂੰ ਮੁੜਨ ਅਤੇ ਹੋਰ ਸਿਪਾਹੀਆਂ ਨਾਲ ਵਾਪਸ ਆਉਣ ਦੀ ਯੋਜਨਾ ਬਣਾਈ, ਪਰ ਅੰਤ ਵਿੱਚ ਉਹ ਆਪਣੇ ਸੁਪਨੇ ਨੂੰ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਇੱਕ ਕੁਦਰਤੀ ਮੌਤ ਮਰ ਗਿਆ। ਜਿਸਨੇ ਗੱਦੀ ਸੰਭਾਲੀ ਉਹ ਸੀ ਉਸਦਾ ਪੁੱਤਰ ਜ਼ਰਕਸੀਜ਼, ਜਿਸਨੇ ਆਪਣੇ ਪਿਤਾ ਦੀ ਇੱਛਾ ਅਨੁਸਾਰ ਫਾਰਸੀ ਸਾਮਰਾਜ ਦਾ ਵਿਸਥਾਰ ਜਾਰੀ ਰੱਖਿਆ। ਮਸ਼ਹੂਰ ਰਾਜਾ ਜ਼ਰਕਸੀਜ਼ ਰਾਣੀ ਅਟੋਸਾ ਦੇ ਨਾਲ ਰਾਜਾ ਦਾਰਾ ਪਹਿਲੇ ਦਾ ਪੁੱਤਰ ਅਤੇ ਸਾਇਰਸ ਮਹਾਨ ਦਾ ਪੋਤਾ ਸੀ। ਪੁਰਾਣੇ ਨੇਮ ਦੇ ਬਾਈਬਲੀ ਪਾਠ ਵਿੱਚ ਉਸ ਨੂੰ ਅਹਾਜ਼ੋਰਸ ਨਾਮ ਨਾਲ ਸੰਬੋਧਨ ਕੀਤਾ ਗਿਆ ਹੈ ਅਤੇ ਇਹ ਜਾਣਿਆ ਜਾਂਦਾ ਹੈ ਕਿ ਉਸਨੇ ਯਹੂਦੀ ਮੂਲ ਦੀ ਔਰਤ ਐਸਤਰ ਨਾਲ ਵਿਆਹ ਕੀਤਾ ਸੀ। ਜ਼ਰਕਸੀਜ਼ ਨੇ ਯੂਨਾਨੀਆਂ ਵਿਰੁੱਧ ਜੰਗ ਜਾਰੀ ਰੱਖੀ। ਇਸ ਦੌਰ ਵਿੱਚ ਕਈ ਪੌਰਾਣਿਕ ਲੜਾਈਆਂ ਹੋਈਆਂ, ਜਿਵੇਂ ਕਿ ਮੈਰਥਨ ਦੀ ਲੜਾਈ, ਥਰਮੋਪਲੀ ਦੀ ਲੜਾਈ, ਸਲਾਮਿਸ ਦੀ ਲੜਾਈ ਅਤੇ ਪਲਾਟੀਆ ਦੀ ਲੜਾਈ। ਜ਼ਰਕਸੀਜ਼ ਦੇ ਅਧੀਨ ਫਾਰਸੀਆਂ ਨੇ ਰਾਜਾ ਲਿਓਨਾਈਡਸ ਅਤੇ ਉਸਦੇ 300 ਸਪਾਰਟਨਾਂ ਦੇ ਵਿਰੁੱਧ ਲੜਾਈ ਲੜੀ, ਜਿਸ ਨੂੰ ਵੱਖ-ਵੱਖ ਸ਼ਹਿਰਾਂ ਦੇ ਹੋਰ 6,000 ਯੂਨਾਨੀਆਂ ਦਾ ਸਮਰਥਨ ਹਾਸਲ ਸੀ। ਥਰਮੋਪਲੀ ਦੀ ਲੜਾਈ ਵਿੱਚ ਸਪਾਰਟਨ ਸੈਨਾ ਨੂੰ ਹਰਾਉਣ ਤੋਂ ਬਾਅਦ ਜ਼ਰਕਸੀਜ਼ ਅਤੇ ਉਸਦੀ ਫੌਜ ਨੇ ਐਥਿਨਜ਼ ਦੇ ਸ਼ਕਤੀਸ਼ਾਲੀ ਸ਼ਹਿਰ ਨੂੰ ਬਰਖਾਸਤ ਕਰ ਦਿੱਤਾ। ਯੂਨਾਨੀਆਂ ਦੇ ਨਿਰੰਤਰ ਵਿਰੋਧ ਤੋਂ ਨਾਰਾਜ਼ ਹੋ ਕੇ ਜ਼ਰਕਸੀਜ਼ ਨੇ ਐਥਿਨਜ਼ ਨੂੰ ਸਾੜ ਦੇਣ ਅਤੇ ਮਿੱਟੀ ਵਿੱਚ ਮਿਲਾ ਦੇਣ ਦਾ ਹੁਕਮ ਦਿੱਤਾ। ਇੱਥੇ ਇਸਨੇ ਜਿੱਤੇ ਹੋਏ ਸ਼ਹਿਰਾਂ ਅਤੇ ਉਨ੍ਹਾਂ ਦੇ ਵਸਨੀਕਾਂ ਦੀ ਰੱਖਿਆ ਸੰਬੰਧੀ ਫਾਰਸੀ ਰਵਾਇਤ ਦੀ ਉਲੰਘਣਾ ਕੀਤੀ ਸੀ। ਐਥਿਨਜ਼ ਦਾ ਬਹੁਤ ਸਾਰਾ ਹਿੱਸਾ ਤਬਾਹ ਹੋ ਗਿਆ, ਜਿਸ ਵਿੱਚ ਪਾਵਨ ਧਾਰਮਿਕ ਅਸਥਾਨ ਵੀ ਸ਼ਾਮਲ ਸਨ। ਅਗਲੇ ਦਿਨ ਆਪਣੇ ਗੁੱਸੇ ਨੂੰ ਸ਼ਾਂਤ ਕਰਨ ਤੋਂ ਬਾਅਦ ਜ਼ਰਕਸੀਜ਼ ਨੇ ਤੌਬਾ ਕੀਤੀ ਅਤੇ ਐਥਿਨਜ਼ ਨੂੰ ਦੁਬਾਰਾ ਬਣਾਉਣ ਦਾ ਹੁਕਮ ਦਿੱਤਾ। ਇਸ ਹਮਲੇ ਦੇ ਜਵਾਬ ਵਿੱਚ ਯੂਨਾਨੀਆਂ ਨੇ ਸਮੁੰਦਰੀ ਜਹਾਜ਼ਾਂ ਦਾ ਇੱਕ ਵੱਡਾ ਬੇੜਾ ਇਕੱਠਾ ਕੀਤਾ, ਜਿਸ ਦੀ ਕਮਾਨ ਐਥੀਨੀਅਨ ਜਨਰਲ ਥੀਮਿਸਟੋਲੀਸ ਦੁਆਰਾ ਕੀਤੀ ਗਈ ਸੀ। ਯੂਨਾਨੀਆਂ ਨੇ ਫਾਰਸੀ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ ਅਤੇ ਜ਼ਰਕਸੀਜ਼ ਨੂੰ ਯੂਨਾਨ ਵਿੱਚ ਆਪਣੀ ਫੌਜ ਨਾਲ ਫਸਣ ਤੋਂ ਬਚਣ ਲਈ ਆਪਣੇ ਇਲਾਕਿਆਂ ਵਿੱਚ ਜਲਦੀ ਪਿੱਛੇ ਹਟਣਾ ਪਿਆ। ਬਹੁਤ ਸਾਰੇ ਆਦਮੀਆਂ ਨੂੰ ਗੁਆਉਣ ਕਾਰਨ ਉਹ ਮਨੋਵਿਗਿਆਨਕ ਤੌਰ ਤੇ ਤਬਾਹ ਹੋ ਗਿਆ ਅਤੇ ਅੰਤ ਵਿੱਚ ਉਸਦੇ ਇੱਕ ਮੰਤਰੀ ਦੁਆਰਾ ਕੜੀ ਗਈ ਇੱਕ ਰਾਜਨੀਤਿਕ ਸਾਜ਼ਿਸ਼ ਅਧੀਨ 465 ਈਸਾ ਪੂਰਵ ਵਿੱਚ ਉਸਦਾ ਕਤਲ ਕਰ ਦਿੱਤਾ ਗਿਆ। ਜ਼ਰਕਸੀਜ਼ ਦੀ ਮੌਤ ਤੋਂ ਬਾਅਦ ਫਾਰਸੀਆਂ ਨੇ ਗ੍ਰੀਸ ਨੂੰ ਜਿੱਤਣ ਦੀ ਕੋਸ਼ਿਸ਼ ਛੱਡ ਦਿੱਤੀ, ਜਿਸ ਨੇ ਸ਼ਾਇਦ ਬਹੁਤ ਸਾਰੇ ਯੂਰਪ ਨੂੰ ਫਾਰਸੀ ਸਾਮਰਾਜ ਦੁਆਰਾ ਨਿਗਲੇ ਜਾਣ ਤੋਂ ਬਚਾ ਲਿਆ। ਕਈ ਸਾਲਾਂ ਦੀਆਂ ਲੜਾਈਆਂ ਅਤੇ ਉੱਤਰਾਧਿਕਾਰੀਆਂ ਦੀ ਉਥਲ-ਪੁਥਲ ਤੋਂ ਬਾਅਦ ਸਾਮਰਾਜ ਵਿੱਚ ਸਭ ਕੁਝ ਠੀਕ ਨਹੀਂ ਸੀ। ਮਿਸਰੀ, ਜੋ ਕਿ ਫਾਰਸੀ ਸ਼ਾਸਨ ਅਧੀਨ ਸਨ, ਨੇ ਬਗਾਵਤ ਕੀਤੀ ਅਤੇ ਕਈ ਹੋਰ ਰਾਜ ਵੀ ਇਹਨਾਂ ਦੀਆਂ ਪੈੜਾਂ ਤੇ ਚੱਲ ਪਏ। 336 ਈਸਾ ਪੂਰਵ ਤੱਕ ਫਾਰਸੀ ਸਾਮਰਾਜ ਦਾ ਰਾਜ ਰਾਜਾ ਦਾਰਾ ਤੀਸਰੇ ਦੇ ਅਧੀਨ ਸੀ। 334 ਈਸਾ ਪੂਰਵ ਵਿੱਚ ਸਿਕੰਦਰ ਮਹਾਨ ਨੇ ਮੈਸੇਡੋਨੀਆ ਤੋਂ ਬਾਹਰ ਨਿਕਲ ਸਾਰੇ ਸੰਸਾਰ ਨੂੰ ਜਿੱਤਣ ਦੀ ਆਪਣੀ ਮੁਹਿੰਮ ਸ਼ੁਰੂ ਕੀਤੀ ਅਤੇ ਬਹੁਤ ਸਾਰੇ ਖੇਤਰਾਂ ਨੂੰ ਜਿੱਤ ਲਿਆ ਜੋ ਪਹਿਲਾਂ ਫਾਰਸੀਆਂ ਦੇ ਅਧੀਨ ਸਨ। ਸਾਲਾਂ ਦੀ ਲੜਾਈ ਤੋਂ ਬਾਅਦ ਰਾਜਾ ਦਾਰਾ ਤੀਸਰੇ ਨੂੰ ਆਈਸਿਸ ਦੀ ਲੜਾਈ ਵਿੱਚ ਸਿਕੰਦਰ ਨੇ ਹਰਾ ਦਿੱਤਾ ਅਤੇ ਉਹ ਆਪਣੇ ਪਰਿਵਾਰ ਨਾਲ ਐਕਬਤਾਨਾ ਦੇ ਸ਼ਹਿਰ ਭੱਜ ਗਿਆ। ਸਿਕੰਦਰ ਮੇਸੋਪੋਟਾਮੀਆ ਗਿਆ ਅਤੇ ਅਖੀਰ ਉਸਨੇ ਪਰਸੈਪੋਲਿਸ ਸ਼ਹਿਰ ਉੱਤੇ ਕਬਜ਼ਾ ਕਰ ਲਿਆ। ਹਾਲਾਂਕਿ ਸਿਕੰਦਰ ਬੇਲੋੜੀ ਤਬਾਹੀ ਅਤੇ ਹਿੰਸਾ ਦੇ ਹੱਕ ਵਿੱਚ ਨਹੀਂ ਸੀ, ਪਰ ਯੂਨਾਨੀਆਂ ਦੁਆਰਾ ਜਿੱਤੇ ਗਏ ਫਾਰਸੀ ਸ਼ਹਿਰਾਂ ਵਿੱਚ ਚੀਜ਼ਾਂ ਅਰਾਜਕ ਹੋ ਰਹੀਆਂ ਸਨ। ਐਸੇ ਕਰਕੇ ਪਰਸੈਪੋਲਿਸ ਨੂੰ ਸਾੜ ਦਿੱਤਾ ਗਿਆ ਸੀ ਅਤੇ ਪਸਾਰ ਗੜੇ ਵਿੱਚ ਵੀ ਅਜਿਹਾ ਹੀ ਹੋਇਆ ਸੀ। ਕਹਾਣੀ ਇਹ ਹੈ ਕਿ ਸਿਕੰਦਰ ਸਾਇਰਸ ਮਹਾਨ ਦੀ ਕਬਰ ਦੇਖਣ ਲਈ ਪਸਾਰ ਗੜੇ ਗਿਆ ਸੀ, ਕਿਉਂਕਿ ਅਲੈਗਜ਼ੈਂਡਰ ਸਾਇਰਸ ਮਹਾਨ ਦੀਆਂ ਕਹਾਣੀਆਂ ਤੋਂ ਕਾਫੀ ਪ੍ਰਭਾਵਿਤ ਸੀ। ਪਰ ਜਦੋਂ ਸਿਕੰਦਰ ਸਾਇਰਸ ਮਹਾਨ ਦੀ ਕਬਰ ਤੇ ਪਹੁੰਚਿਆ ਤਾਂ ਉਹ ਇਹ ਜਾਣ ਕੇ ਬਹੁਤ ਗੁੱਸੇ ਵਿੱਚ ਆ ਗਿਆ ਕਿ ਸਾਇਰਸ ਮਹਾਨ ਦੀ ਕਬਰ ਬੜੀ ਬੇਅਦਬੀ ਨਾਲ ਲੁੱਟੀ ਜਾ ਚੁੱਕੀ ਹੈ। ਇਹ ਕੰਮ ਸ਼ਾਇਦ ਫਾਰਸੀ ਪੁਜਾਰੀਆਂ ਦਾ ਸੀ। ਉਸਨੇ ਸਾਇਰਸ ਮਹਾਨ ਦੀ ਕਬਰ ਨੂੰ ਦੁਬਾਰਾ ਬਣਵਾਇਆ ਅਤੇ ਜਾਜਕਾਂ ਨੂੰ ਸਜ਼ਾ ਦਿੱਤੀ। ਐਕਬਟਾਨਾ ਦੇ ਸ਼ਾਸਕ ਨੇ ਰਾਜਾ ਦਾਰਾ ਤੀਸਰੇ ਨੂੰ ਧੋਖਾ ਦਿੱਤਾ ਅਤੇ ਉਸਦੀ ਹੱਤਿਆ ਕਰਵਾ ਦਿੱਤੀ, ਜਿਸ ਨੇ ਅਕੇਮਿਨਿਡ ਵੰਸ਼ ਦੇ ਅੰਤਮ ਫਾਰਸੀ ਰਾਜਿਆਂ ਦੇ ਅੰਤ ਨੂੰ ਚਿੰਨ੍ਹਿਤ ਕੀਤਾ। ਭਾਵੇਂ ਉਹ ਉਸਦਾ ਦੁਸ਼ਮਣ ਸੀ, ਪਰ ਸਿਕੰਦਰ ਨੇ ਦਾਰਾ ਤੀਸਰੇ ਦਾ ਇੱਕ ਸ਼ਾਨਦਾਰ ਅਤੇ ਧਰਮੀ ਅੰਤਿਮ ਸੰਸਕਾਰ ਕੀਤਾ ਅਤੇ ਉਹਨਾਂ ਨੂੰ ਬੇਰਹਿਮੀ ਨਾਲ ਸਜ਼ਾ ਦਿੱਤੀ ਜਿਨ੍ਹਾਂ ਨੇ ਉਸਦੇ ਵਿਰੋਧੀ ਦੀ ਮੌਤ ਦਾ ਹੁਕਮ ਦਿੱਤਾ ਸੀ। ਹਾਲਾਂਕਿ ਕੁਝ ਪ੍ਰਸਿੱਧ ਰਚਨਾਵਾਂ ਨੇ ਫਾਰਸੀ ਲੋਕਾਂ ਨੂੰ ਖੂਨ ਦੇ ਪਿਆਸੇ ਅਤੇ ਜ਼ਾਲਮ ਹਮਲਾਵਰਾਂ ਵਜੋਂ ਦਰਸਾਇਆ ਹੈ, ਪਰ ਸੱਚਾਈ ਇਹ ਹੈ ਕਿ ਉਹ ਆਪਣੇ ਸਮੇਂ ਲਈ ਖਾਸ ਤੌਰ ਤੇ ਸਮਾਜਿਕ ਖੇਤਰਾਂ ਅਤੇ ਸਰਕਾਰ ਦੀਆਂ ਪ੍ਰਣਾਲੀਆਂ ਨੂੰ ਲੈ ਕੇ ਬਹੁਤ ਸੂਝਵਾਨ ਸਨ। ਕਈ ਇਤਿਹਾਸਕਾਰ ਇਸ ਗੱਲ ਨਾਲ ਸਹਿਮਤ ਹਨ ਕਿ ਸਿਕੰਦਰ ਮਹਾਨ ਨੇ ਸਾਮਰਾਜ ਨਹੀਂ ਬਣਾਇਆ ਸੀ। ਉਸਨੇ ਤਾਂ ਉਸ ਸਾਮਰਾਜ ਨੂੰ ਜਿੱਤ ਲਿਆ ਸੀ ਜਿਸ ਨੂੰ ਫਾਰਸੀਆਂ ਨੇ ਉਸਦੇ ਜਨਮ ਤੋਂ ਕਈ ਸਦੀਆਂ ਪਹਿਲਾਂ ਸਥਾਪਿਤ ਕੀਤਾ ਸੀ।
ਚਾਹੇ ਕੁਸ਼ਲ ਯੋਧੇ, ਬੁੱਧੀਮਾਨ ਰਾਜੇ ਜਾਂ ਬੇਰਹਿਮ ਜੇਤੂ ਹੋਣ ਦੇ ਨਾਤੇ ਹੀ ਸਹੀ, ਫਾਰਸੀ ਲੋਕਾਂ ਨੇ ਮਨੁੱਖੀ ਇਤਿਹਾਸ ਲਈ ਇੱਕ ਅਨਮੋਲ ਵਿਰਾਸਤ ਛੱਡੀ ਹੈ। ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ।